ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਕਿਰਪਾ ਦੇ ਸਾਗਰ, ਦਇਆ ਦੇ ਖਣੀ, ਸਾਡੇ ਉੱਤੇ ਆਪਣੀ ਕਿਰਪਾ ਦਾ ਕਾਰਜ ਪ੍ਰਗਟ ਕਰਨ ਵਾਲੇ ਪ੍ਰੇਮੀ ਪਰਮੇਸ਼ਵਰ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਸੱਚਮੁੱਚ ਤੇਰੇ ਜਿਹਾ ਕੋਈ ਪਵਿੱਤਰ ਈਸ਼ਵਰ ਨਹੀਂ ਹੈ ਜਿਹੜਾ ਸਾਡੇ ਉੱਤੇ ਪਰਮੇਸ਼ਰ ਪਿਤਾ ਤੇਰੀ ਭਲਾਈ ਨੂੰ ਪ੍ਰਗਟ ਕਰੇ। ਧੰਨਵਾਦ ਹੈ ਤੇਰਾ ਜੋ ਤੂੰ ਆਪਣੇ ਪੁੱਤਰ ਦੇ ਰਾਹੀਂ ਸਾਡੇ ਉੱਤੇ ਆਪਣੀ ਭਲਾਈ ਨੂੰ ਪ੍ਰਗਟ ਕੀਤਾ ਕਿ ਅਸੀਂ ਤੇਰੇ ਉਸ ਭਲਾਈ ਦੇ ਕਾਰਜ ਦੇ ਨਾਲ ਪਾਪਾਂ ਤੋਂ ਛੁੱਟ ਕੇ ਤੇਰੀ ਪਵਿੱਤਰ ਪ੍ਰਜਾ ਬਣ ਕੇ ਤੇਰੇ ਰਾਜ ਵਿੱਚ ਵਧਦੇ ਜਾਈਏ। ਇਸ ਭੇਦ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ। ਉਹ ਪਰਮੇਸ਼ਰ ਪਿਤਾ, ਜਦੋਂ ਅਸੀਂ ਅੱਜ ਦੇ ਵਚਨ ਦਾ ਮਨਨ ਕਰਨ ਜਾ ਰਹੇ ਹਾਂ, ਇਸ ਮਨਨ ਨੂੰ ਪਰਮੇਸ਼ਰ ਪਿਤਾ ਕਰਨ ਦੇ ਪਹਿਲਾਂ ਸਾਡੀ ਬੁੱਧ, ਸਾਡੀ ਸਮਝ, ਸਾਡੇ ਗਿਆਨ ਨੂੰ ਆਪਣੀ ਕੁਵੱਤ ਦੇ ਨਾਲ ਭਰ ਦੇ, ਤਾਂ ਕਿ ਅਸੀਂ ਪਰਮੇਸ਼ਰ ਤੇਰੇ ਭੇਤਾਂ ਨੂੰ ਜਾਣਦੇ ਹੋਏ ਤੇਰੇ ਸਵਰਗੀ ਰਾਜ ਦੀ ਆਮਦ ਵਿੱਚ ਅੱਗੇ ਵਧਦੇ ਜਾਈਏ, ਤਾਂ ਕਿ ਤੇਰਾ ਨਾਮ ਉੱਚਾ ਹੋਵੇ। ਇਹ ਸਭੋ ਕੁਛ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੋਲਣ ਵਾਲੇ ਨੂੰ ਅਤੇ ਸੁਣਨ ਵਾਲੇ ਨੂੰ ਦੋਨਾਂ ਦੇ ਉੱਤੇ ਤੇਰੀ ਕਿਰਪਾ ਚਾਹੁੰਦੇ ਹੋਏ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਵਚਨ ਦਾ ਭਾਗ ਮੈਂ ਲਿਆ ਹੈ ਉਹ ਲਿਆ ਹੈ ਜ਼ਬੂਰ 34 ਉਸ ਦੀ 4 ਅਤੇ 5 ਆਇਤ। ਲਿਖਿਆ ਹੈ, ਮੈਂ ਯਹੋਵਾ ਨੂੰ ਪਾਲਿਆ ਅਤੇ ਉਸ ਨੇ ਮੈਨੂੰ ਉੱਤਰ ਦਿੱਤਾ ਅਤੇ ਮੈਨੂੰ ਸਾਰੇ ਭੈਜਲਾਂ ਤੋਂ ਛੁਡਾਇਆ, ਅਤੇ ਉਹਨਾਂ ਨੇ ਉਸ ਵੱਲ ਤੱਕਿਆ ਅਤੇ ਉਜਲੇ ਹੋ ਗਏ ਅਤੇ ਉਹਨਾਂ ਦੇ ਮੂੰਹ ਕਦੇ ਕਾਲੇ ਨਾ ਹੋਣਗੇ। ਇਹਦੇ ਵਿੱਚ ਬੜਾ ਵੱਡਾ ਭੇਤ ਹੈ ਜੋ ਦਾਊਦ ਦੇ ਜੀਵਨ ਦਾ ਹੈ। ਮੈਂ ਜਦੋਂ ਇਸ ਜ਼ਬੂਰ ਨੂੰ ਪੜ੍ਹ ਰਿਹਾ ਸਾਂ ਤਾਂ ਇਸ ਵਿੱਚ ਮੈਂ ਵੇਖਿਆ ਕਿ ਪਰਮੇਸ਼ਵਰ ਨੇ ਜ਼ਬੂਰ ਦੇ ਲੇਖਕ ਨੂੰ ਉਸ ਦੀ ਵੱਡੀ ਮੁਸ਼ਕਲ ਤੋਂ ਚਮਤਕਾਰੀ ਢੰਗ ਦੇ ਨਾਲ ਛੁਡਾਇਆ, ਤਾਂ ਉਹ ਪਰਮੇਸ਼ਵਰ ਦੀ ਉਸਤਤ ਕਰਨ ਦੇ ਲਈ ਉਤਸ਼ਾਹ ਅਤੇ ਜੋਸ਼ ਨਾਲ ਭਰਿਆ ਹੋਇਆ ਸੀ। ਇਹ ਸੱਚਾਈ ਕਿ ਪਰਮੇਸ਼ਵਰ ਨੇ ਜ਼ਬੂਰ ਦੇ ਲੇਖਕ ਦੀ ਪ੍ਰਾਰਥਨਾ ਨੂੰ ਸੁਣਿਆ ਅਤੇ ਉਸ ਦਾ ਜਵਾਬ ਦਿੱਤਾ, ਦੂਸਰੇ ਵਿਸ਼ਵਾਸੀਆਂ ਨੂੰ ਇਹ ਉਤਸ਼ਾਹਿਤ ਕਰਦਾ ਹੈ ਕਿ ਉਹ ਵੀ ਮੁਸ਼ਕਲ ਸਮਿਆਂ ਦੇ ਵਿੱਚ ਉਸ ਦੀ ਭਲਾਈ ਅਤੇ ਉਸ ਦੇ ਵੱਲੋਂ ਦੇਖਭਾਲ ਦੇ ਅਨੁਭਵ ਨੂੰ ਪ੍ਰਾਪਤ ਕਰਨਗੇ। ਮੈਂ ਜਦੋਂ ਇਸ ਵਚਨ ਦੇ ਵਿੱਚ ਖਾਸ ਇੱਕ ਆਇਤ ਦੇ ਉੱਤੇ, ਇੱਕ ਲਾਈਨ ਦੇ ਉੱਤੇ ਧਿਆਨ ਦੇ ਰਿਹਾ ਤਾਂ ਉੱਥੇ ਲਿਖਿਆ ਹੈ ਕਿ ਉਹਨਾਂ ਨੇ ਉਹਦੀ ਵੱਲ ਤੱਕਿਆ ਤਾਂ ਉਹ ਉਜਲੇ ਹੋ ਗਏ। ਮੇਰਾ ਅੱਜ ਦਾ ਜੋ ਵਚਨ ਦਾ ਸਬਜੈਕਟ ਹੈ ਉਹ ਇਹੋ ਹੈ, ਪ੍ਰਭੂ ਵਿੱਚ ਉਜਲੇ ਹੋਣ ਦਾ ਭੇਤ। ਬਹੁਤੇ ਲੋਕ ਆਪਣੇ ਜੀਵਨ ਦੇ ਵਿੱਚ ਇਸ ਸੀਕਰਟ ਨੂੰ ਜੋ ਪਰਮੇਸ਼ਵਰ ਦਾ ਉਜਲੇ ਹੋਣ ਦਾ ਹੈ, ਇਸ ਨੂੰ ਨਹੀਂ ਜਾਣਦੇ। ਅਸੀਂ ਉਜਲੇ ਭਾਵ ਅਸੀਂ ਪਵਿੱਤਰ ਉਦੋਂ ਹੁੰਦੇ ਹਾਂ ਜਦੋਂ ਅਸੀਂ ਪਰਮੇਸ਼ਵਰ ਦੇ ਵੱਲ ਉਹਦੀ ਕਿਰਪਾ ਨੂੰ ਵੇਖਣਾ ਸ਼ੁਰੂ ਕਰਦੇ ਹਾਂ। ਮਨੁੱਖੀ ਜੀਵਨ ਦੇ ਵਿੱਚ ਜਦੋਂ ਮੈਂ ਧਿਆਨ ਦਿੰਦਾ ਹਾਂ ਕਿ ਅਸੀਂ ਇਸ ਯੋਗ ਨਹੀਂ ਸੀ ਕਿ ਅਸੀਂ ਪਰਮੇਸ਼ਵਰ ਦੇ ਕਿਰਪਾ ਨੂੰ ਵੇਖ ਸਕੀਏ ਅਤੇ ਪਰਮੇਸ਼ਵਰ ਦੀ ਭਲਾਈ ਨੂੰ ਆਪਣੇ ਜੀਵਨ ਵਿੱਚ ਪ੍ਰਾਪਤ ਕਰ ਸਕੀਏ। ਇਹ ਪਰਮੇਸ਼ਵਰ ਦੀ ਦਇਆ ਜਿਹੜੀ ਉਹਨੇ ਸਵਰਗੋਂ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮੇਰੇ ਅਤੇ ਆਪ ਦੇ ਜੀਵਨ ਦੇ ਵਿੱਚ ਪ੍ਰਗਟ ਕੀਤੀ, ਜਿਸ ਦੇ ਨਾਲ ਮੈਂ ਪਰਮੇਸ਼ਵਰ ਦੇ ਉਸ ਉਜਲੇਪਨ ਨੂੰ ਵੇਖਿਆ ਅਤੇ ਮੈਂ ਉਸ ਦੀ ਤਰ੍ਹਾਂ ਉਜਵਲ ਹੋ ਗਿਆ। ਕਿਉਂਕਿ ਬਾਈਬਲ ਦੇ ਵਿੱਚ ਲਿਖਿਆ, ਜਦੋਂ ਅਸੀਂ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਉਸ ਕੀਤੇ ਹੋਏ ਕਾਰਜ ਨੂੰ ਜੋ ਕਲਵਰੀ ਕਰੂਸ ਦੇ ਉੱਤੇ ਮੇਰੇ ਪਾਪਾਂ ਦੇ ਲਈ ਕੀਤਾ ਗਿਆ, ਜਿਸ ਤੋਂ ਮੇਰੇ ਪਾਪ ਧੋਤੇ ਗਏ ਅਤੇ ਮੈਂ ਹਿਮ ਦੀ ਤਰ੍ਹਾਂ ਉਜਵਲ ਹੋ ਗਿਆ। ਇਹੋ ਗੱਲ ਤਾਂ ਯਸ਼ਾਇਆ, ਜਦੋਂ ਅਸੀਂ ਉਸ ਦਾ 1:18 ਪੜ੍ਹਦੇ ਹਾਂ ਤਾਂ ਉੱਥੇ ਯਸ਼ਾਇਆ ਨਬੀ
इस गल नूं साफ रीति नाल प्रगट करदा। वो कहंदा है, आओ असीं सलाह करिए, यहोवा आखदा, भावें तुहाडे पाप किरमिच जे होण वो बर्फ जे चिट्टे हो जाणगे, भावें मजीठ जे लाल होण वो उन जहे हो जाणगे। इहदा मतलब परमेश्वर मेरे जीवन नूं उजवल करन दे लई उसने अपने पुत्र नूं इस धरती दे उत्ते कालवरी क्रूस दे उत्ते दे दिता। अज जिहड़े इस गल नूं मन लैंदे ने कि प्रभु यसु मसीह मेरे पापी दे लई मारिया गया, गड्ढिया गया अते तीसरे दिन जी उठिया, हुण वो मेरा प्रभु है, तो वो अपने पापां तो उजवल होके उजले होके परमेश्वर दी महिमा दे लई उसके राज दे लई चुने जांदे ने ਅਤੇ ਉਹ ਉਸ ਦੇ ਪੁੱਤਰ ਬਣ ਕੇ ਉਸ ਦੀ ਉਸਤਤ ਅਤੇ ਉਸ ਦੀ ਮਹਿਮਾ ਕਰਦੇ ਨੇ। ਕਿਉਂਕਿ ਸੰਸਾਰ ਦੇ ਵਿੱਚ ਪਾਪ ਦੇ ਨਾਲ ਉਹ ਬੜੇ ਗੁੰਝਲਦਾਰ ਅਤੇ ਬੜੇ ਹੀ ਪਚੀਦੇ ਪਾਪਾਂ ਦੇ ਵਿੱਚ ਫਸ ਕੇ ਆਪਣੀ ਜੀਵਨ ਨੂੰ ਨਸ਼ਟ ਕਰ ਰਹੇ ਸੀ। ਪਰ ਧੰਨਵਾਦ ਹੈ ਪ੍ਰਭੂ ਦਾ, ਜਿਸ ਨੇ ਸਮੇਂ ਦੇ ਉੱਤੇ ਮੇਰੇ ਲਈ ਇਸ ਯੋਜਨਾ ਨੂੰ ਪ੍ਰਗਟ ਕੀਤਾ, ਜਿਸ ਵਿੱਚ ਮੈਂ ਅੱਜ उजवल होके उसकी महिमा अते उसकी वडियाई करदा हाँ। दूसरी गल मैं इस विच वेखदा हाँ, विश्वासी दे विच परमेश्वर दे अगे उजवल होण दा भेत की है। मैं दाऊद दे इस जीवन दे विचों अगे निकल के मैं मूसा दे जीवन दे उत्ते ध्यान दिंदा हाँ। मूसा जदों मिस्र तो भज्जा सी अते ओ ਜਦੋਂ ਮਿਸਰ ਤੋਂ ਭੱਜ ਕੇ ਆਪਣੇ ਉਸ ਸਥਾਨ ਦੇ ਉੱਤੇ ਪਹੁੰਚਾ ਸੀ ਜਿੱਥੇ ਪਰਮੇਸ਼ਰ ਉਸ ਨੂੰ ਦਰਸ਼ਨ ਦੇ ਕੇ ਇਸਰਾਇਲ ਨੂੰ ਛੁਡਾਉਣ ਦੇ ਲਈ ਆਪਣੀ ਯੋਜਨਾ ਤਿਆਰ ਕਰਦਾ ਹੈ। ਇਹ ਗੱਲ ਜਦੋਂ ਮੈਂ ਕੂਚ ਦੀ ਪੁਸਤਕ ਉਹ ਸਨਈ ਪਹਾੜ ਦੇ ਉੱਤੇ ਪਹੁੰਚਿਆ ਤਾਂ ਉੱਥੇ ਉਹ ਕੀ ਵੇਖਦਾ ਹੈ कि एक झाड़ी दे विच अग वड़ रही है। वो जदों उस अग दे वल जांदा है तो परमेश्वर सब तो पहला उस नूं पवित्र होण दे लई कहंदा है, और जदों पवित्र हुंदा है तद परमेश्वर दे सामने उजवल होण दा भेत उस दे वचन तो प्राप्त करता है। ये वचन मेरे जीवन नूं पूर्ण उजवल करन दा अपने विच बल रखदा है। इसलिए जिमें जिमें असी वचन दे विच वधदे जावांगे, जिमें जिमें असी वचन दे विच ध्यान करते जावांगे, उमें उमें साडा शरीर प्रकाशवान हुंदा जावेगा। मूसा पहाड़ दे उत्ते, सनई पहाड़ दे उत्ते 40 दिन 40 रात परमेश्वर दे वचन दे नाल रुझा रहा। जदों पहाड़ तो उतरिया, मैं जदों 34 अध्याय उसकी 29 आयत तो लैके जदों उसकी 32 आयतां वल ध्यान दिंदा हाँ तो इस विच परमेश्वर की प्रकाश की एक किरण नज़र आउंदी है। जदों जिमें जिमें असी वचन दे विच वधदे हाँ उमें उमें परमेश्वर सानू अपने प्रकाश दे नाल भर दिंदा है। इत्थे असी देखदे जदों उतरन दे समय साखी दीआं फटियां ਲਈ ਉਹ ਉਤਰ ਰਿਹਾ ਸਾ ਤਾਂ मूसा ਨੂੰ मालूम नहीं होया कि उसके मूँह की खल उसके नाल बोलण दे कारण चमकदी सी। जद हारून ने अते सारे इसराइलियां ने मूसा नूं डिठा ਤਾਂ ਵੇਖੋ उसकी मूँह की खल चमकदी सी और उस दे नेड़े जाण तो डरे। ਤਾਂ मूसा ने उन्होंने बुलाया ਅਤੇ हारून और मंडली ਦੇ ਸਾਰੇ ਪ੍ਰਧਾਨ ਉਹਦੇ ਕੋਲ ਆਏ। मूसा ने ਉਹਨਾਂ ਨਾਲ ਗੱਲਾਂ ਕੀਤੀਆਂ। फिर सारे इसराइली उस दे नेड़े आए। उसने सारे हुक्म जड़े यहोवा ने उन्होंने सनाई पहाड़ दे उत्ते आखे सन उन्होंने दे दिते। जिमें जिमें असी परमेश्वर दे वचन दे कोल जाने हाँ, परमेश्वर दे वचन दे नाल असी गलबात करते हाँ, उमें उमें साडे चेहरे प्रकाशवान हो जाते ने। दाऊद इहो तां गल कह रहा है। दाऊद इसे गल नूं तां प्रगट कर रहा है कि उन्होंने ओहदी वल तक्या तां ओह उजले हो गए।
मूसा ने जदों परमेश्वर वाल तक्या ते वचन दे नाल गल्लां कीतियां ते सुनिया तां ओह सचमुच उजवल हो गया, ओहदा चेहरा प्रकाशवान हो गया और आस पास के लोग देख के उसके चेहरे तो डरते सी और मूसा दे कोल वो सलाह लेंदे सी। इहदा मतलब असी जदों परमेश्वर दे वचन दे कोल जांदे आ, प्रभु दे वचन नूं स्वीकार कर लैंदे आ अते उस वचन दे विच जदों दिन प्रति दिन रियाज करदे हां तां परमेश्वर सानूं धर्मी मनुख बना के दिन प्रति दिन सानू उजवल होने दी सानू ताकत दिंदा है, उजवल होने दी सानू वो साडे जीवन दे विच अपनी समर्थ दिंदा। उजाला साडे जीवन दे विच प्रकाश नू प्रगट करदा है और प्रकाश इस गल नू प्रगट करदा है कि असी सामने जो चीज़ां पईयां ने जो साडे लाभ दियां ने जो साडे जीवन दे विच प्रकाशवान ने उन्हां नू असी प्राप्त कर परमेश्वर दी महिमा दे विच वधीए। जो उत्थे साडे जीवन दे विच गुंझलदार ने रुकावटां ने उन्हां नू असी छड्ड के परमेश्वर वल तकदे होए असी उस रास्ते वाल वधीए तां इह गुंझलदार रास्ते ये सारियां मुसीबतां ते सारे पहाड़ साडे जीवन दे विच परमेश्वर दूर कर देवेगा, क्योंकि लिखिया उन्हां दे मूँह कदे काले नहीं होए, क्योंकि परमेश्वर आप उन्हां दा उजाला बन के उन्हां दे विच उन्हां नूं प्रकाश देण वाला बन गया। मेरे प्यारे अजीज, प्रभु यसु मसीह स्वयं मेरे लिए एक उजाला है। पौलुस जदों परमेश्वर दे लोकां नूं सता रिहा सी वो अपने चित्तों ये कर रहा सी कि मैं बहुत अच्छा काम कर रहा। जदों परमेश्वर दा प्रकाश परमेश्वर दा उजाला उसके जीवन दे विच प्रगट होया तद वो उस सच्चाई दे राह दे उत्ते तुरन लग पिया अते उसने उस सच्चाई दे भेत नूं पा लिया। उसने सच्चाई दा भेत ये पा लिया कि परमेश्वर दी किरपा, जिस किरपा नूं परमेश्वर ने अपने पुत्र दे विच प्रगट किया उस तो असी बचाए गए हाँ। असी उस किरपा दे धन्नवादी हाँ। क्यों? क्योंकि मैं इस योग नहीं सी कि मैं परमेश्वर की वडियाई कर सकां, मैं परमेश्वर की उस्तत कर सकां, मैं परमेश्वर के नाम नूं उच्चा कर सकां, पर परमेश्वर ने मैनू अपने पुत्र दे राही ये सुभाग दिता कि मैं उस विच उसका पुत्र बन जावां, उस विच धर्मी बन जावां अते उस दे विच मैं नित प्रति दिन दा प्रकाश अपने जीवन विच प्राप्त करा, क्योंकि उसका वचन मेरे जीवन दे लई दाऊद दा बादशाह जो अपना जबूर 119 दा 105 विच आखदा है, तेरा वचन मेरे पैरां लई दीपक अते मेरे राह दा चानण है, उजाला है। ਇਹਦਾ मतलब वो मेरे हर एक राह दे जिन्ने भी पेचीदे रास्ते ने उन्होंने खोलण दे लई तैयार है। इत्थे मैं देखदा हाँ कि प्रभु दे दिन यूहन्ना आत्मा विच आ गया अते पिछों आके प्रभु यसु ने उसनूं दर्शन दिता अते उस दे नाल गल्लां कीतियां। अजिहा करन दे लई उस दे मन विच एक स्वर्गीय उदेश सी, मनो कि ਉਹ ਆਪਣੇ ਦਾਸ ਨੂੰ ਕਹਿ ਰਿਹਾ ਹੋਵੇਗਾ ਕਿ ਤੇਰੇ ਪ੍ਰਸ਼ਨਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ, ਤੂੰ ਨਿਰਾਸ਼ ਹੋ ਚੁੱਕਾ ਹੈ, ਇਹ ਮੈਂ ਜਾਣਦਾ ਹਾਂ, ਤੂੰ ਕਈ ਪ੍ਰਸ਼ਨ ਪੁੱਛਣੇ ਚਾਹ ਰਿਹਾ ਹਾਂ, ਇਹ ਵੀ ਮੈਂ ਜਾਣਦਾ ਹਾਂ, ਪਰ यूहन्ना तू गलत दिशा वाल वेख रहा है। यूहन्ना बहुत श्रद्धालु होने के बाद भी ओदी निगाह प्रभु तो हट के होर गल्लां वाल लग गई सी। जद परेशानियां वध जांदियां हन, समस्या बहुत गुंझलदार हो जांदियां हन, चार चफेरे अस्थिर स्थिति विखाई दिंदी है, तद साडे उत्ते समस्यावां उत्ते निगाह रखण दी प्रीख्या हुंदी है। जिथे भी असी जाइए उत्थे समस्यावां साडा ध्यान अपने वाल खिच लैंदियां हन अते गलबात विच इन्हां विषयां ते दबाव दिता जांदा है। अचानक ही ये समस्यावां सानू घेर लैंदियां हन। हालात चाहे किन्ने ही उलझन वाले क्यों ना होण,
ਪ੍ਰਭੂ ਸਾਨੂੰ ਕਹਿੰਦਾ ਹੈ ਅਸੀਂ ਉਹਨਾਂ ਦੇ ਪਿੱਛੇ ਆਪਣਾ ਸਮਾਂ ਬਰਬਾਦ ਨਾ ਕਰੀਏ। ਪ੍ਰਭੂ ਕਹਿੰਦਾ ਹੈ ਮੁੜੋ ਮੇਰੇ ਵੱਲ ਵੇਖੋ, ਸਮੱਸਿਆ ਦੀ ਵੱਲ ਨਹੀਂ। ਤੁਸੀਂ ਮੈਨੂੰ ਨਵੇਂ ਰੂਪ ਵਿੱਚ ਵੇਖੋਗੇ ਤਦ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ। ਕੀ ਤੁਸੀਂ ਆਪਣੀ ਸੇਵਾ ਦੇ ਖੇਤਰ ਵਿੱਚ ਨਿਰਾਸ਼ ਹੋ ਚੁੱਕੇ ਹੋ? ਕੀ ਤੁਸੀਂ ਆਪਣੇ ਪਰਿਵਾਰਿਕ ਪਰਿਸਥਿਤੀਆਂ ਦੇ ਵਿੱਚ ਨਿਰਾਸ਼ ਹੋ ਚੁੱਕੇ ਹੋ? ਕੀ ਤੁਸੀਂ ਆਪਣੇ ਕੰਮ ਦੇ ਕਾਰਨ ਪਰੇਸ਼ਾਨ ਹੋ? ਕੀ ਤੁਹਾਡੇ ਜੀਵਨ ਦੇ ਵਿੱਚ ਤੁਹਾਡੇ ਸਕੇ ਸੰਬੰਧੀ ਅਤੇ ਤੁਹਾਡੇ ਦੋਸਤ ਤੁਹਾਡੇ ਲਈ ਨਿਰਾਸ਼ਾ ਦੇ ਕਾਰਨ ਹਨ? ਤਾਂ ਕੀ ਤੁਸੀਂ ਇਸ ਨਿਰਾਸ਼ਾ ਨੂੰ ਆਪਣੇ ਸਾਥੀਆਂ ਦੇ ਦਰਮਿਆਨ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ? ਤਦ ਮੈਂ ਤੁਹਾਨੂੰ ਇਹ ਸਲਾਹ ਦੇਵਾਂਗਾ ਕਿ ਪ੍ਰਭੂ ਨੂੰ ਕਹੋ ਉਹ ਆਪਣੀ ਮਹਿਮਾ ਨੂੰ ਵਿਖਾਵੇ। ਫਤਿਹ ਪਾਉਣ ਦੇ ਲਈ ਹੋਰ ਕੋਈ ਦੂਜਾ ਰਾਹ ਨਹੀਂ ਹੈ। ਪ੍ਰਭੂ ਨੇ ਕਿਹਾ ਰਾਹ, ਸੱਚਾਈ ਅਤੇ ਜਿਉਣ ਮੈਂ ਹਾਂ, ਬਿਨਾਂ ਮੇਰੇ ਦੁਆਰਾ ਕੋਈ ਪਿਤਾ ਕੋਲ ਨਹੀਂ ਪਹੁੰਚ ਸਕਦਾ। ਔਰ ਯਹੰਨਾ ਦੇ ਵਿੱਚ ਹੀ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਨੇ ਇੱਕ ਦਿਲਾਸਾ ਇਹਨਾਂ ਮੁਸੀਬਤਾਂ ਅਤੇ ਇਹਨਾਂ ਕਸ਼ਟਾਂ ਦੇ ਵਿੱਚ ਮੈਨੂੰ ਦਿੱਤਾ ਹੈ। ਉਹ ਕੀ ਦਿੱਤਾ ਹੈ? ਜਦੋਂ ਮੈਂ ਯਹੰਨਾ ਦੀ ਅੰਜੀਲ ਉਸ ਦੇ 16 ਅਧਿਆਏ ਦੇ ਉੱਤੇ ਉਸ ਦੇ ਆਖਰੀ ਵਚਨ ਦੇ ਉੱਤੇ ਧਿਆਨ ਦਿੰਦਾ ਹਾਂ ਤਾਂ ਪਰਮੇਸ਼ਰ ਮੈਨੂੰ ਕਹਿੰਦਾ ਹੈ 33 ਵਿੱਚ, ਮੈਂ ਇਹਨਾਂ ਗੱਲਾਂ ਨੂੰ ਤੁਹਾਨੂੰ ਇਸ ਲਈ ਆਖਿਆ ਹੈ ਜੋ ਤੁਹਾਨੂੰ ਮੇਰੇ ਵਿੱਚ ਸ਼ਾਂਤੀ ਹੋਵੇ। ਜਗਤ ਵਿੱਚ ਤੁਹਾਨੂੰ ਕਸ਼ਟ ਹੈ ਪਰ ਹੌਸਲਾ ਰੱਖੋ, ਮੈਂ ਜਗਤ ਨੂੰ ਜਿੱਤ ਲਿਆ ਹੈ। ਮੈਂ ਇਹ ਭੇਤ ਪ੍ਰਭੂ ਦੇ ਵਚਨ ਤੋਂ ਪ੍ਰਾਪਤ ਕੀਤਾ ਹੈ। ਇਸ ਲਈ ਪ੍ਰਭੂ ਵਿੱਚ ਉਜਲ ਹੋਣ ਦਾ ਭੇਤ ਇਹੋ ਹੈ ਕਿ ਅਸੀਂ ਪ੍ਰਭੂ ਦੇ ਵੱਲ ਧਿਆਨ ਕਰੀਏ ਅਤੇ ਉਸ ਦੇ ਵਚਨ ਦਾ ਮਨਨ ਕਰੀਏ ਅਤੇ ਉਸ ਦੇ ਅੱਗੇ ਪ੍ਰਾਰਥਨਾ ਕਰੀਏ, ਪ੍ਰਭੂ ਮੇਰਾ ਧਿਆਨ ਤੇਰੇ ਵਿੱਚ ਹੋਵੇ ਔਰ ਇਸ ਧਿਆਨ ਦੇ ਵਿੱਚ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਤੇਰੀ ਜਿੱਤ ਮੇਰੇ ਵਿੱਚ ਪ੍ਰਗਟ ਹੋਵੇ। ਪ੍ਰਭੂ ਆਪ ਦੇ ਜੀਵਨ ਨੂੰ ਨਿਤ ਪ੍ਰਤੀ ਦਿਨ ਉਜਾਲੇ ਵਿੱਚ ਬਦਲ ਦੇਵੇਗਾ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਜੈ ਮਸੀਹ ਦੀ।